तिलंग कार दूजा महला पंजवा। तुद बिन दूजा नाही कोई, तू करतार करहै सो होए। तेरा जोर तेरी मन टेक, सदा सदा जप नानक एक। तुद बिन दूजा नाही कोई, तू करतार करहै सो होए। तेरा जोर तेरी मन टेक, सदा सदा जप नानक एक। वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी, ਜਦੋਂ ਅਸੀਂ ਸਮੁੱਚੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ, ਹਰ ਧਰਮ ਦੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਜ਼ਿਕਰ ਹੈ। ਸਾਡੇ ਮੁਸਲਮਾਨ ਭਰਾ ਉਹਨੂੰ ਦੁਆ ਕਹਿੰਦੇ ਹਨ, ਹਿੰਦੂ ਵੀਰ ਉਹਨੂੰ ਪ੍ਰਾਰਥਨਾ ਕਰਕੇ ਬਿਆਨ ਕਰਦੇ ਹਨ। ਅਸੀਂ ਗੁਰੂ ਕੇ ਸਿੱਖ ਹੋਣ ਦੇ ਨਾਤੇ ਸਾਨੂੰ ਜੋ ਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ, ਗੁਰੂ ਕੇ ਸਿੱਖਾ ਉਸ ਕਰਤਾਰ ਦੇ ਅੱਗੇ ਅਰਦਾਸ ਬੇਨਤੀ ਕਰ। ਕਿਸੇ ਨੇ ਉਹਨੂੰ ਪ੍ਰੇਅਰ ਕਹਿ ਦਿੱਤਾ, ਕਿਸੇ ਪ੍ਰਾਰਥਨਾ ਕਹਿ ਦਿੱਤਾ, ਕਿਸੇ ਬੇਨਤੀ ਕਹਿ ਦਿੱਤਾ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਉਸ ਪਰਿਪੂਰਨ ਪ੍ਰਮਾਤਮਾ ਦੀ ਅੱਗੇ ਅਰਦਾਸ ਕਰਨ ਦਾ ਢੰਗ ਦੱਸਿਆ। ਅਰਦਾਸ ਅਸੀਂ ਗਾਏ ਬਗਾਏ ਆਪੋ ਆਪਣੇ ਢੰਗ ਨਾਲ ਕਰਦੇ ਹਾਂ, ਲੇਕਿਨ ਆਮ ਲੋਕੀ ਗਿਲਾ ਕਰਦੇ ਨੇ ਵੀ ਭਾਈ ਸਾਹਿਬ ਅਰਦਾਸਾਂ ਤਾਂ ਬੜੀਆਂ ਕੀਤੀਆਂ ਨੇ ਪਰ ਗੱਲ ਨਹੀਂ ਬਣੀ। ਗੱਲ ਨਾਮ ਬਣਨ ਦਾ ਕਾਰਨ ਸਾਡਾ ਇੱਕ ਤੇ ਅਕੀਦਾ ਨਹੀਂ, ਸਾਡਾ ਇੱਕ ਤੇ ਵਿਸ਼ਵਾਸ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ, ਜਿਹਦਾ ਸਲੇਖ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹੈ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਾਨੂੰ ਕਲੀਅਰ ਕੱਟ ਸਮਝਾਇਆ ਵੀ ਗੁਰੂ ਕੇ ਸਿੱਖਾ ਅਰਦਾਸ ਇੱਕ ਦੇ ਅੱਗੇ ਕਰ, ਬਿਨ ਕਰਤਾਰ ਨਾ ਕਿਰਤ ਮਾਨੋ। ਉਸ ਕਰਤੇ ਨੂੰ ਛੱਡ ਕੇ ਤੇ ਕਿਰਤ ਨਾਲ ਨਾ ਜੋੜ। ਆਪਾਂ ਆਮ ਬੋਲੀ ਚ ਕਹਿ ਦਿੰਦੇ ਜੀ ਹਰਜ ਵੀ ਕੀ ਜੇ ਤੇ ਕਿਸੇ ਅੱਗੇ ਕਰ ਲਈ। ਦਸਵੇਂ ਪਾਤਸ਼ਾਹ ਨੇ ਸਾਨੂੰ ਫਿਰ ਸੁਚੇਤ ਕੀਤਾ ਹੈ, ਇੱਕ ਬਿਨ ਦੂਸਰ ਸੋ ਨ ਚਨਾਰ, ਚਨਾਰ ਤੋਂ ਭਾਵ ਜਾਣ ਪਛਾਣ। ਇੱਕ ਵੈਗਰੂ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਵੀ ਨਾ ਕਰ। ਇਸ ਕਰਕੇ ਅਰਦਾਸ ਕਿਹਦੇ ਅੱਗੇ ਕੀਤੀ ਜਾਏ, ਕਿਵੇਂ ਕੀਤੀ ਜਾਏ, ਇਹ ਢੰਗ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਖੁਲਾਸੇ ਦੇ ਸਹਿਤ ਸਮਝਾਇਆ ਹੈ। ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੀਏ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਰਾਗ ਦੇ ਮੁਤਾਬਕ ਇਹ ਤਿਲੰਗ ਰਾਗ ਹੈ। ਗੁਰੂ ਘਰ ਦੇ ਕੀਰਤਨ ਕਰਨ ਵਾਲੇ ਗੁਰਮੁਖ ਮਾਈ ਭਾਈ
ਉਹਨਾਂ ਨੂੰ ਸੁਚੇਤ ਕੀਤਾ ਵੀ ਇਹ ਦੂਜੇ ਘਰ ਸੁਰਤਾਲ ਵਿੱਚ ਇਹਦਾ ਕੀਰਤਨ ਕਰਨਾ। ਤੇ ਪੰਚਮ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨਾ ਕੀਤਾ ਹੈ। ਇਹ ਇਹਦਾ ਸਰਲੇਖ ਹੈ। ਹਜ਼ੂਰ ਕਿਰਪਾ ਕਰਨਗੇ। ਤੁਧ ਬਿਨ ਦੂਜਾ ਨਾਹੀ ਕੋਇ। ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਪ੍ਰਮਾਤਮਾ, ਮੈਂ ਤੇਰੇ ਅੱਗੇ ਤਾਂ ਅਰਦਾਸ ਕਰਦਾ ਹਾਂ, ਮੈਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਦਿਸਿਆ ਹੀ ਨਹੀਂ। ਅਸੀਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇੱਕ ਬਾਣੀ ਪੜ੍ਹਦੇ ਹਾਂ ਜਿਹਦਾ ਸਰਲੇਖ ਹੈ ਚੌ ਬੋਲੇ। ਉਹ ਚੌ ਬੋਲੇ ਨਾਮ ਦੀ ਬਾਣੀ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ 4 ਗੁਰਮੁਖ ਪਿਆਰਿਆਂ ਦੇ ਪ੍ਰਥਾਏ ਉਚਾਰਨਾ ਕੀਤੀ ਹੈ। ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਪੱਟੀ ਦੇ ਇਲਾਕੇ ਇੱਕ ਨਗਰ ਹੈ ਸ਼ਿਵਾਜਪੁਰਾ। ਉੱਥੋਂ ਦੇ ਗੁਰਮੁਖ ਪਿਆਰੇ ਹੋਏ ਨੇ ਪਿਓ ਪੁੱਤਰ ਸੰਮਣ ਤੇ ਮੂਸਣ। ਅੱਧਾ ਉਹਨਾਂ ਦਾ ਜ਼ਿਕਰ ਹੈ ਤੇ ਦੂਸਰਾ ਭਾਈ ਪਤੰਗ ਤੇ ਭਾਈ ਜਮਾਲ। ਇਹਦੀ ਜੋ ਸੰਪਰਦਾਇ ਸਾਨੂੰ ਭੂਮਿਕਾ ਪੜ੍ਹਾਈ ਗਈ ਉਹ ਇਹ ਹੈ ਕਿ ਲਾਹੌਰ ਸ਼ਹਿਰ ਵਿੱਚ ਇਹ ਗੁਰੂ ਕਾ ਸਿੱਖ ਰਹਿੰਦਾ ਜਿਹੜਾ 2 ਪੱਖਾਂ ਤੋਂ ਅਮੀਰ ਹੈ। 2 ਪੱਖਾਂ ਤੋਂ ਅਮੀਰ ਤੋਂ ਭਾਵ ਇਹ ਹੈ, ਆਪਾਂ ਵੇਖਦੇ ਹਾਂ ਕਈ ਮਨੁੱਖਾਂ ਕੋਲ ਮਾਇਆ ਬੜੀ ਬਹੁਤ ਜ਼ਿਆਦਾ ਹੈ, ਲੇਕਿਨ ਮਾਇਆ ਦੇ ਪ੍ਰਭਾਵ ਕਰਕੇ ਉਹ ਆਪਣੇ ਆਪ ਨੂੰ ਰੱਬ ਮੰਨਦੇ ਨੇ। ਉਹਨਾਂ ਕੋਲ ਇੱਕ ਪੱਖ ਹੈ। ਕੁਝ ਉਹ ਲੋਕ ਨੇ ਜਿਨ੍ਹਾਂ ਕੋਲ ਵਾਹਿਗੁਰੂ ਦੀ ਬੰਦਗੀ ਹੈ, ਇਬਾਦਤ ਹੈ, ਲੇਕਿਨ ਦੁਨਿਆਵੀ ਮਾਇਆ ਦੇ ਪੱਖੋਂ ਉਹ ਕਮਜ਼ੋਰ ਨੇ। ਪਰ ਜਿਹੜਾ ਇਹ ਗੁਰਸਿੱਖ ਪਤੰਗ ਸੀ ਨਾ, ਇਹਦੇ ਕੋਲ ਦੋਵੇਂ ਧਨ ਨੇ, ਦੁਨਿਆਵੀ ਮਾਇਆ ਵੀ ਤੇ ਨਾਮ ਧਨ ਵੀ। ਇਹਦਾ ਲੋਕਾਂ 'ਚ ਚੰਗਾ ਪ੍ਰਭਾਵ ਸੀ ਤੇ ਸ਼ਾਹੂਕਾਰ ਸੀ। ਇੱਕ ਜਮਾਲ ਨਾਮ ਦਾ ਮੁਸਲਮਾਨ ਭਰਾ ਪ੍ਰਦੇਸ਼ ਨੂੰ ਚੱਲਿਆ ਤੇ ਜ਼ਮਾਨੇ ਦੇ ਰਿਵਾਜ ਦੇ ਮੁਤਾਬਕ ਉਹਨੇ 500 ਰੁਪਏ ਦੀ ਥੈਲੀ ਇਮਾਨ ਦੇ ਰੂਪ ਵਿੱਚ ਭਾਈ ਪਤੰਗ ਨੂੰ ਦੇ ਦਿੱਤੀ, ਜਮ੍ਹਾਂ ਕਰਾ ਦਿੱਤੀ ਵੀ ਭਾਈ ਸਾਹਿਬ ਮੈਂ ਆਣ ਕੇ ਲੈ ਜਾਵਾਂਗਾ। ਅਸੀਂ ਆਮ ਪਿੰਡਾਂ ਵਿੱਚ ਵੇਖਦੇ ਹਾਂ ਕਈ ਪਰਿਵਾਰਾਂ ਨੂੰ ਸ਼ਾਹ ਕਰਕੇ ਬੁਲਾਉਂਦੇ ਸਨ। ਅੱਜ ਉਹ ਸਾਰਾ ਸਿਸਟਮ ਖਤਮ ਹੋ ਗਿਆ ਬੈਂਕਾਂ ਦੇ ਆਉਣ ਕਰਕੇ। ਸ਼ਾਹਾਂ ਦਾ ਘਰ ਲੋਕ ਉਹਨਾਂ ਕੋਲ ਲੈ ਕੇ ਗਰਜਾਂ ਪੂਰੀਆਂ ਕਰਦੇ ਸਨ। ਉਹ ਪ੍ਰਦੇਸ਼ ਵਿੱਚ ਚਲਾ ਗਿਆ। ਕੁਝ ਸਮੇਂ ਤੋਂ ਬਾਅਦ ਆਇਆ ਤੇ ਉਹਨੇ ਆਣ ਕੇ ਆਪਣੀ ਮਾਇਆ ਦੀ ਮੰਗ ਕੀਤੀ। ਜਿਹੜੀ ਭੁੱਲ ਹੈ ਨਾ, ਇਹ ਸਾਡੀ ਕਮਜ਼ੋਰੀ ਹੈ, ਇਹ ਸਾਡੇ ਇਸ ਸਰੀਰ ਦਾ ਇੱਕ ਅੰਗ ਹੈ। ਪਰ ਅੱਜ ਬਦਕਿਸਮਤੀ ਨਾਲ ਕਹਿਣਾ ਪੈਂਦਾ ਹੈ ਅਸੀਂ ਆਪਣੀ ਭੁੱਲ ਨੂੰ ਸਵੀਕਾਰ ਕਰਕੇ ਰਾਜੀ ਨਹੀਂ। ਭੁੱਲਣਾ ਮਨੁੱਖੀ ਫਿਤਰਤ ਹੈ, ਮਨੁੱਖੀ ਸੁਭਾਅ ਹੈ। ਆਪਾਂ ਗੁਰੂ ਕੀ ਬਾਣੀ ਵਿੱਚ ਹੀ ਪੜ੍ਹਦੇ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਆਣ ਕੇ ਮਾਇਆ ਦੀ ਜਾਚਨਾ ਕੀਤੀ ਤੇ ਭਾਈ ਪਤੰਗ ਕਹਿਣ ਲੱਗਾ ਵੀ ਮਿੱਤਰਾ ਮੇਰੇ ਕੋਲ ਤਾਂ ਤੇਰੀ ਮਾਇਆ ਹੈ ਹੀ ਕੋਈ ਨਹੀਂ, ਤੈਨੂੰ ਭੁਲੇਖਾ ਲੱਗ ਗਿਆ। ਭਾਣਾ ਰੱਬ ਦਾ ਜਦੋਂ ਉਹ ਮਾਇਆ ਲੈਂਦੇ ਦਿੰਦੇ ਸਨ, ਉਹ ਆਪਣੀ ਵਹੀ ਵਿੱਚ ਉਹਦਾ ਜ਼ਿਕਰ ਕਰਦੇ, ਉਹਨੂੰ ਨੋਟ ਕਰਦੇ। ਇਹਨੇ ਲਿਖਤ ਵਿੱਚ ਉਹਨੂੰ ਨਾਂ ਲਿਆਂਦਾ ਭੁਲੇਖੇ ਕਰਕੇ ਜਾਂ ਖਿਆਲ ਭੁੱਲ ਗਿਆ। ਉਹ ਜ਼ਮਾਨੇ 'ਚ 500 ਬਹੁਤ ਵੱਡੀ ਰਕਮ ਸੀ। ਜਾ ਕੇ ਸਰਕਾਰੀ ਦਰਬਾਰੇ ਉਹਨੇ
ਬੇਨਤੀ ਕੀਤੀ, ਆਪਣੀ ਅੰਦਰ ਦੀ ਜਿਹੜੀ ਬੇਦਨ ਸੀ ਉਹ ਹਾਕਮ ਦੇ ਅੱਗੇ ਰੱਖੀ ਵੀ ਪਤੰਗ ਨੇ ਮੇਰੇ 500 ਰੁਪਈਆ ਘੁੱਟ ਲਿਆ, ਦਿੰਦਾ ਨਹੀਂ। ਤੇ ਆਪਾਂ ਵੇਖਦੇ ਵੀ ਹਰ ਗੱਲ ਤੇ ਸਰਕਾਰੀ ਅਦਾਲਤ ਤੇ ਗਵਾਹੀ ਦੀ ਲੋੜ ਹੁੰਦੀ, ਗਵਾਹੀ ਦੀ। ਉਹ ਕਹਿਣ ਲੱਗੇ ਭਾਈ ਕੋ ਲਿਖਤ ਵਿਖਾ, ਕੋ ਗਵਾਹ ਲਿਆ। ਉਹ ਕਹਿਣ ਲੱਗਾ ਮੇਰਾ ਗਵਾਹ ਤਾਂ ਇੱਕ ਪਰਮਾਤਮਾ, ਮੈਂ ਤਾਂ ਅੱਲਾਹ ਤਾਲਾ ਨੂੰ ਜਾਣ ਕੇ ਦਿੱਤੀ ਹੈ, ਉਹ ਹੁਣ ਮੁੱਕਰ ਗਿਆ। ਦਬਾਅ ਪਾਉਣ ਤੇ ਹਾਕਮ ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਤੁਹਾਡਾ ਫੈਸਲਾ ਅਸੀਂ ਖੁਦਾ ਕੋਲੋਂ ਕਰਾ ਦਿਆਂਗੇ, ਕਿਉਂਕਿ ਸਾਡੇ ਕੋਲ ਸਬੂਤ ਕੋਈ ਨਹੀਂ, ਤੁਹਾਡਾ ਫੈਸਲਾ ਖੁਦਾ ਕਰੇਗਾ, ਖੁਦਾ ਦੀ ਮਰਜ਼ੀ। ਜੋ ਉੱਥੇ ਭੂਮਿਕਾ 'ਚ ਲਿਖਿਆ ਨਾ, ਉਹਦੇ ਮੁਤਾਬਕ ਪਤੰਗ ਨੂੰ ਤਲਬ ਕੀਤਾ ਗਿਆ। ਜਮਾਲ ਆਇਆ ਔਰ ਉਸ ਪਤੰਗ ਨੇ ਅਰਦਾਸ ਕੀਤੀ। ਮੈਂ ਇਹ ਅਰਦਾਸ ਕਰਦਾ ਤੇ ਤੁਹਾਨੂੰ ਬੇਨਤੀ ਕਰਾਂ ਵੀ ਇਹ ਕਰਿਆ ਕਰੋ, ਕਿਸੇ ਕੋਈ ਕੋਏ ਮੰਨ ਮਾਣੀ ਹਿੱਕ ਤੂੰ। हे ਮੇਰੇ ਵਾਹਿਗੁਰੂ, ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਪਰ ਮੇਰਾ ਕੇਵਲ ਤੇ ਕੇਵਲ ਇੱਕ ਤੂੰ ਆਸਰਾ ਹੈ। ਆਪਾਂ ਇੱਕ ਦੇ ਅੱਗੇ ਅਰਦਾਸ ਨਹੀਂ ਕਰਦੇ, ਮੰਮੇ ਤੇ ਟਿੱਪੀ ਤੇഞ്ഞഞ്ഞ ਮਨ ਮੇਰਾ, ਕਿਸੇ ਕੋਈ ਕੋਏ ਮੰਨ ਮਾਣੀ ਹਿੱਕ ਤੂੰ। ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਵਾਹਿਗੁਰੂ ਤੂੰ ਤਾਂ ਮੇਰਾ ਇੱਕ ਆਸਰਾ ਹੈ। ਅਰਦਾਸਾਂ ਜਮਾਲ ਨੇ ਵੀ ਕੀਤੀਆਂ ਪਰ ਗੱਲ ਨਾ ਬਣੀ। ਦੋਵਾਂ ਨੇ ਹੱਥ ਪਾਏ, ਜਮਾਲ ਦਾ ਹੱਥ ਸੜ ਗਿਆ ਤੇ ਪਤੰਗ ਦਾ ਬਚ ਗਿਆ। ਜਮਾਲ ਹੋਰ ਮਾਯੂਸ ਹੋਇਆ। ਪਤੰਗ ਦੇ ਮਨ ਵਿੱਚ ਵਿਚਾਰ ਆਈ ਵੀ ਮਨਾ ਹੋ ਸਕਦਾ ਤੂੰ ਗਲਤ ਹੋਵੇਂ, ਆਪਣੀ ਦੁਕਾਨ ਦਾ ਨਿਰੀਖਣ ਤਾਂ ਕਰ। ਉਹਨੇ ਇੰਨੀ ਹੱਠ ਨਹੀਂ ਸੀ ਕਰਨਾ। ਦੁਕਾਨ ਵਿੱਚ ਜਾ ਕੇ ਨਗਦੀ ਦੀ ਪੜਤਾਲ ਕੀਤੀ ਤੇ 500 ਦੀ ਥੈਲੀ ਵੱਧ ਉਹਦੇ ਕੋਲ। ਸਾਡੇ ਵਰਗਾ ਹੁੰਦਾ ਤੇ ਕਹਿਣਾ ਸੀ ਵੀ ਹੁਣ ਤਾਂ ਸਾਨੂੰ ਲਾਟ ਹੋ ਗਈ, ਮਿਲ ਗਈ ਤੇ ਕੋਈ ਲੋੜ ਨਹੀਂ। ਉਹ ਪਰਮਾਤਮਾ ਦੇ ਭੈ ਵਾਲਾ ਸੀ ਤੇ ਮੇਰਾ ਆਪਣਾ ਜਾਤੀ ਰਾਏ ਹੋ ਸਕਦਾ ਮੈਂ ਗਲਤ ਹੋਵਾਂ। ਮੇਰੀ ਜਾਤੀ ਰਾਏ ਹੈ ਵੀ ਜੇ ਆਪਾਂ ਮਨ ਕਰਕੇ ਇੱਕ ਦੇ ਹੋਵਾਂਗੇ ਤੇ ਸਾਡੀ ਪੱਤ ਬਣੀ ਰਹੇਗੀ, ਉਹ ਪੱਤ ਜਾਣ ਨਹੀਂ ਦੇਗਾ, ਪਰ ਆਪਾਂ ਜਾਤੀ ਤੌਰ ਤੇ ਕਿਤੇ ਬਣਦੇ ਹੀ ਨਹੀਂ। ਮੈਂ ਗਾਏ ਬਗਾਏ ਤਕਰੀਬਨ ਬੇਨਤੀ ਕਰਦਾ ਰਹਿਣਾ ਰੋਜ਼ ਹੀ। ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਇੱਕੋ ਅਰਦਾਸ ਕਰਨਾ, ਮੇਰੇ ਮਾਲਕਾ ਇਹ ਤੇਰਾ ਬਖਸ਼ਿਆ ਸਿਰ, ਤੇਰੀ ਅਮਾਨਤ ਹੈ, ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ। ਜੇ ਕਿਸੇ ਹੋਰ ਅੱਗੇ ਝੁਕਣਾ ਤੇ ਮੇਰੀ ਜਾਨ ਕੱਢ ਲਈ, ਮੈਨੂੰ ਸਵਾਸ ਦੀ ਲੋੜ ਨਹੀਂ, ਮੈਨੂੰ ਸਵਾਸ ਨਹੀਂ ਚਾਹੀਦਾ ਜਿਹੜਾ ਤੈਨੂੰ ਛੱਡ ਕੇ ਕਿਸੇ ਬੰਦਿਆਂ ਦੇ ਗੋਡਿਆਂ ਤੇ ਗਿੱਟਿਆਂ ਨਾਲ ਚੰਬੜੇ। ਸਾਡੇ ਗੰਦਾ ਰਿਵਾਜ ਚੱਲਿਆ, ਜਿਹੜਾ ਵੀ ਮਿਲਿਆ ਉਹਦੇ ਗੋਡਿਆਂ ਤੇ ਗਿੱਟਿਆਂ ਨੂੰ ਚੰਬੜ ਜਾਣਗੇ। ਤੁਹਾਡੀ ਬੜੀ ਕਿਰਪਾ ਤੇ ਹੋ ਸਕਦਾ ਉਹਦੇ ਤੇ ਵੀ ਨਾ ਹੋਵੇ। ਜਿਹਦੇ ਕੋਲ ਸਿੰਘ ਕਹਿੰਦੇ ਤੁਹਾਡੀ ਬੜੀ ਕਿਰਪਾ, ਬੜਾ ਰਿਵਾਜ ਪੁੱਛਦੇ ਭਾਈ ਸਾਹਿਬ ਕੀ ਹਾਲ ਨੇ, ਕਹਿੰਦੇ ਜੀ ਤੁਹਾਡੀ ਬੜੀ ਕਿਰਪਾ ਹੈ। ਤੇ ਜੇ ਇਹ ਕਹਿ ਦਿਓ ਵੀ ਗੁਰੂ ਦੀ ਕਿਰਪਾ ਤੇ ਕੀ ਅਰਜ਼ ਹੈ, ਜਿੰਨਿਆਂ ਕੋਲ ਗਏ ਉਹਨਾਂ ਦੀ ਕਿਰਪਾ। ਯਾਦ ਰੱਖੋ ਅਸੀਂ ਗੁਰੂ ਕੇ ਸਿੱਖਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦਾ ਜੋੜ ਜੇ ਮੈਨੂੰ ਪੁੱਛੇ ਵੀ ਗਿਆਨੀ ਜੀ ਤੁਸੀਂ ਇੰਨਾ ਚਿਰ ਹੋ ਗਿਆ 35 ਸਾਲ ਕਥਾ ਕਰਦਿਆਂ ਨੂੰ ਮੰਜੀ ਸਾਹਿਬ, ਤੇ ਹੁਣ ਤੱਕ ਕੀ ਸਮਝਿਆ, ਕੀ ਲੱਭਾ? ਤੇ ਮੈਨੂੰ ਇੱਕੋ ਲੱਭਾ ਜੇ ਗੁਰਮੁਖੋ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਤੋਂ ਬਿਨਾਂ ਬਾਕੀ ਕਿਰਪਾ ਸਾਰੀਆਂ ਝੂਠੀਆਂ ਹਨ। ਦੁਕਾਨ ਤੇ ਗਿਆ, 500 ਦੀ ਥੈਲੀ ਉਹਨੂੰ ਵੱਧ ਮਿਲੀ, ਜੁੱਤੀ ਨਹੀਂ ਪਾਈ, ਨੰਗੇ ਪੈਰੀਂ ਜਮਾਲ ਦੇ ਕਰ ਗਿਆ ਤੇ ਕਹਿਣ ਲੱਗਾ ਮਿੱਤਰਾ ਮੇਰੇ ਮਨ ਨੂੰ ਬੜਾ ਖੇਦ ਹੈ, ਮੈਂ ਭੁੱਲ ਗਿਆ, ਮੈਂ ਤੇਰੇ ਕੋਲੋਂ ਮਾਫੀ ਮੰਗਦਾ। ਆ ਮਾਇਆ ਲੈ। ਜਮਾਲ ਦਾ ਹੱਥਾਂ ਦਰਦ ਕਰਦਾ ਪਰ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ ਮਿੱਤਰਾ ਤੈਨੂੰ ਖੁਦਾ ਨੇ ਦਿੱਤੀ, ਮੇਰਾ ਇਹਨਾਂ ਪੈਸਿਆਂ ਤੇ ਕੀ ਹੱਕ? ਕਿਹੋ ਜਿਹਾ ਬੰਦਾ ਹੋਵੇਗਾ?
ਤੈਨੂੰ ਖੁਦਾ ਨੇ ਦਿੱਤੀ ਤੇ ਮੇਰਾ ਕੀ ਹੱਕ ਹੈ। ਤੇ ਭਾਈ ਪਤੰਗ ਨੇ ਪੰਕਤੀਆਂ ਪੜ੍ਹੀਆਂ, ਠੀਕ ਹੈ ਮਿੱਤਰਾ, ਪਰ ਜਿਹੜੇ ਗੁਰੂ ਦਾ ਮੈਂ ਸਿੱਖ ਹਾਂ ਉਸ ਗੁਰੂ ਦਾ ਮੈਨੂੰ ਹੁਕਮ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਹਿੰਦੂ ਵਾਸਤੇ ਪਰਾਇਆ ਹੱਕ ਖਾਣਾ ਗਊ ਖਾਣ ਦੇ ਤੁੱਲ, ਮੁਸਲਮਾਨ ਭਰਾ ਵਾਸਤੇ ਪਰਾਇਆ ਹੱਕ ਖਾਣਾ ਸੂਰ ਖਾਣ ਦੇ ਤੁੱਲ, ਤੇ ਸਿੱਖ ਵਾਸਤੇ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਤੁੱਲ ਹੈ। ਕਈ ਵੇਰਾਂ ਕਈ ਗੁਰਮੁਖ ਪਿਆਰੇ ਭੈਣਾਂ ਤੇ ਵੀਰ ਆਮ ਸਵਾਲ ਕਰਦੇ ਨੇ, ਗਿਆਨੀ ਜੀ ਫਲਾਣਾ ਬੰਦਾ ਬੜਾ ਹੇਰਾ ਫੇਰੀ ਕਰਦਾ ਹੈ, ਅਸੀਂ ਗੁਰੂ ਘਰ ਨੂੰ ਵੀ ਮੰਨਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸਾਡਾ ਕੋਈ ਨਾ ਕੋਈ ਜੀ ਢਿੱਲਾ ਰਹਿੰਦਾ, ਉਹਦਾ ਕਦੇ ਵਾਲ ਵਿੰਗਾ ਨਹੀਂ ਹੋਇਆ। ਇਹਦਾ ਜਵਾਬ ਇਹ ਜੇ, ਇਹ ਮੈਂ ਬਚਪਨ ਵਿੱਚ ਸਾਡੇ ਪਿੰਡ ਦੋ ਬਜ਼ੁਰਗ ਗੱਲਾਂ ਕਰਦੇ ਸਨ, ਉਹਨਾਂ ਕੋਲੋਂ ਸੁਣਿਆ ਤੇ ਮੈਂ ਕਥਾ ਵਿੱਚ ਫਿੱਟ ਕੀਤਾ। ਬੜੇ ਚੰਗੇ ਬੋਲ ਨੇ ਪਰ ਗੁਰਬਾਣੀ ਦੇ ਨਹੀਂ। पूर्व का कमाया आगरे में खाया, दिल्ली के व्यापारियों ने सौदा बिगाड़ दिया। मैं निक्का जिहा सा दुकान ते खलोता सा, जिन बच्चों को आदत होंदी तो उत्थे बुजुर्ग गल्लां करन ते मैनूं गल चंगी लगी, वो दिमाग में फिट हो गई। पूर्व का कमाया तो भाव जिहड़ी पूर्वली कमाई है ना, आगरे में खाया अगे आगे खाधी। दिल्ली के व्यापारियों ने सौदा बिगाड़ दिया। दिल्ली के व्यापारी तो भाव साडा दिल कहंदा भी जे आपां खा भी लवांगे तो मैनूं की हो जाएगा। जिहड़ा कहंदे ना फलाने ने कदे रब दा नां नहीं लिया तो मौजां करदा है, बड़ा गुनाहगार है, बड़ा पापी, उहनूं कख नहीं होया। याद रखो जी जिन्ना चिर पानी लक लक है मरेगा नहीं, जदों नक डुब गया मुड़ के बचाउणा किसे नहीं। पानी च आपां खलोने आ ना, ते जे आपां नूं लक लक पानी ते कोई खतरा नहीं, अजे उहनूं लक लक तक आया है, नक तक आ लैण दे, जे वेख्या जे साह भी आ गया ते नक तक डी करनी चाहिए। सुभाविक विचों गल आ गई। जदों उसने आख्या ना हक पराया नानका वो सूर उस गाए, गुर पीर हामा तां भरे, जां मुरदार ना खाए। ते जमाल ने पतंग नूं आख्या भी मित्रा तेरा मुरशद कौन है, तेरा गुरु कौन है। असीं गुरु की बाणी च पढ़दे हां, काचे गुरते मुक्त ना हुआ। ਜਿਹੜੇ ਕੰਨਾਂ 'ਚ ਫੂਕਾਂ ਮਾਰਨ ਵਾਲੇ ਗੁਰੂ ਨੇ ਨਾ, ਜਾਣਦੇ ਜੇ ਟਰੱਕ ਭਰ ਭਰ ਕੇ ਮਿੱਤਰੋ ਇਹਨਾਂ ਨੇ ਬੰਨੇ ਨਹੀਂ ਜਲਾਉਣਾ। ਜਿਹੜੇ ਕੰਨਾਂ 'ਚ ਫੂਕਾਂ ਮਰਾ ਕੇ ਆਉਂਦੇ ਜੇ ਨਾ, ਇਹਨਾਂ ਨੇ ਬੰਨੇ ਨਹੀਂ ਜਲਾਉਣਾ। ਬੰਨੇ ਉਸੇ ਨੇ ਲਾਉਣਾ ਜਿਹੜਾ ਮੱਖਣ ਸ਼ਾਹ ਦੇ ਜਹਾਜ਼ ਨੂੰ ਮੋਢਾ ਦਿੰਦਾ ਸੀ। गुरु तो उदों भी बाबे बकाले 22 बैठे सन, 22 नकली गुरु एक नहीं। हुण तां बग्गां दे वागे नियां भेडां नहीं भी जिन्ने गुरु बन गए ने, इन्नियां भेडां भी नहीं। पर वेखो असली गुरसिख ने असली गुरु अगे अरदास की। मैं लफ्ज क्या, असली सिख ने असली गुरु अगे अरदास की। ये लफ्ज मैनू तां कहना पिया, कई कहते ज्ञानी जी उंज असीं गुरु घर नूं मनदे ते नाम बाबियां कोलों लिया है, ये असली सिख नहीं जे। उंज असीं गुरु घर नूं मनदे हां, गुरु के सिख हां, नाम बाबियां कोलों लिया है। मैं मुआफ़ी मंगा पहला, क्योंकि बाद में तुसीं मंगा ही लैनी भी ज्ञानी जी माफ़ी मंगो, अपने शब्द ही मैं एडवांस ही मंग ला। जिहड़ा डाकिया हुंदा ना, मेरियां धीआं खास करके सुन, फौजी फौज दे विचों अपनी धर्म पत्नी नूं चिट्ठी लिखदा है। चिट्ठी आई घर, भैन जी आ चिट्ठी लै लो। ते बीबी अनपढ़ो कहण लगी भी वीर 2 मिनट मेरी बेनती मान पिया, कुर्सी ते बह जा।
मैं एक कप तेनू चाह बना दियां ते नाले मेरा वीर मैनू चिट्ठी पढ़ के सुना दी ते नाले चला जाई चाह पी के। बीबी ने चाह बनाई, डाकिया वीर कुर्सी ते बह गया और उन्हें वो चिट्ठी नू खोलिया ते उस बीबी दे कोल बह के वो कहंदा भी मेरी प्यारी धर्म पत्नी, मेरा तुहानू मिलण नू बड़ा चित करदा है, मेरी सुधा परिवार विच रहिंदी है, माया तुहानू मनी आर्डर दे रूप विच मिल जाएगी, तेरा प्यारा पति। डाकिया बीबी दे कोल बैठ के पढ़ रहा मेरी प्यारी पत्नी, पर चिट्ठी नू पढ़ करके पति नहीं। पति वो है जिन्हें चिट्ठी भेजी है। जे को साडे वर्गा कथा कीर्तन ते प्रचार करन वाला गुरु की गल करदा ना, वो केवल ते केवल एक डाकिया वो मालक नहीं हो सकता। जिन्हां दे कोल डेरियां में जांदे जे ना, वो डाकी हो सकते ने, विचोला विचोला हो सकता पर पति नहीं। अज बदकिस्मती असीं विचोलियां नूं पति बन लिया। बहुत दुख नाल कहना पैंदा है। आम लोकां कोल जाईदा ते असीं फोटोआं लाइयां ने घरां 'च, मैं फोटोआं दी उल्ट नहीं। ਗਿਆਨੀ ਜਦੋਂ ਦੇ ਇਹਨਾਂ ਬਾਬਿਆਂ ਦੇ ਨਾਲ जुड़े ਆ ना, ਅਸੀਂ तर गए ਆ, ਤੁਹਾਡਾ बेड़ा गर्क हो जाए। मैं फिर माफ़ी मंग ला, मेरे मैं पिंडूंगा तो मेथों गल बाद निकल जाती, तो मैं माफ़ी मंग ला नाल 2 बार मंग ली जे। बाबा मूल नहीं, तेनू किस गल नाल तू ये कह खां भी जदों दे गुरु दे लड़ लग गए ज्ञानी जी बरकतां आ गईयां, गुरु नूं असां बाईपास ही कर दिता है। सत्कार योग ने बाबे जिहड़े सानू बाणी नाल जोड़दे, मैं उन्हां दी उल्ट नहीं। पर खसम छोड़ दूजे लगे, डूबे सेवण जा रहा, सतगुरु है बोए था विरले करे विचारिया। आसा दी वार भौने सरवण कीती गुरमुख प्यारियां कोलों। खसम छोड़ दूजे लगे, डूबे सेवण जा रहा, सतगुरु है बोए था विरले कने विचारिया। असली सिख ने असली गुरु अगे अरदास की ते जदों उहदा जहाज बनने लगा, कहने लगा माना मुड़ के ढिल ना हो जाए, किते रहिंदियां रहिंदियां रह ना जाइए, गुरु की मानत गुरु नूं भेंट करनी चाहिए है। ते आपां तां कहने भी नैन नंगी ख्वाजा विसरिया, भी साडा काम हो गया ते गुरु अपने घर जदों मौका मिलेगा मत्था टेक देंगे। साडा अवस्था यह है। आया बाबे बकाले साहब, पिंड बकाला है, लेकिन धन गुरु तेग बहादुर पातशाह महाराज के करके का नाम बाबा बकाला बन गया, क्योंकि 8वें पातशाह जी ने वचन किए सन, बाबा बसे बीच बकाले, बन गुरु संगत आप संभाले। धन गुरु तेग बहादुर पातशाह महाराज दुनियावी रिश्ते करके 8वें पातशाह के बाबा जी लगते सन। दादे नूं आपां बाबा कहने, दादे दे भरा होण करके बाबा आख्या उन्हां। ये 8वें पातशाह ने बकाले का नाम बाबा बकाला पाया। आया गुरु का लाल, 22 नकली गुरु ते 2-2 मोहरां उन्हां दे अगे रखिया ते लगे जकारे छड्डण। जिवें साडे समाज विच बहुत वड्डी करीती है, तो मैं बार बार बेनती करता रहना, कोई भी बंदा आउंदा ते कहंदे जी फलाना साहब आया है, जकारा छड्डो। मेरी निमरता सहित बेनती, आपां गुरु के सिख हां। गुरु ग्रंथ सच्चे पातशाह कहंदे साहब मेरा एको है, भी एको है। इत्थे 2-4 साहब विखा दिओ खां, फलाना साहब आया तां भी जकारा छड्डो। ये की जमरौदा जंग जित के आया भी जकारा छड्डदे जे, की करके आया है? याद रखिया जे निमाणे बन के रवांगे ते गुरु रहमतां करेगा, वड्डे बन जांगे ते मारे जावांगे। तर तराजू तोलिए निवे सो गौरा होए, ये बाबे दे बोले गुरु ग्रंथ सच्चे पातशाह दे। तकड़ी नूं तोलदे आ ना, जिन्ना भारा होवेगा उन्ना नेवेगा, ते आपां तां
ਭਰੇ ਪਏ ਮੈਂ ਨਾਲ, ਜਕਾਰਾ ਛੱਡੋ। ਹੁਣ ਗੁਰਦੁਆਰਿਆਂ 'ਚ ਵੀ ਰਿਵਾਜ ਚੱਲਿਆ ਵੀ ਫਲਾਣੇ ਨੇ 31,000 ਰੁਪਈਆ ਦਿੱਤਾ, ਜਕਾਰਾ ਛੱਡੋ 31,000 ਦਾ। ਤੇ ਮੈਂ ਕਹਿੰਦਾ ਨੇ ਮਲਕ ਭਾਗੋ ਦਾ ਜਕਾਰਾ, ਭਾਈ ਲਾਲੋ ਦਾ ਤਾਂ ਨਹੀਂ ਨਾ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਨੂੰ ਪ੍ਰੈਫਰੈਂਸ ਦਿੱਤੀ ਹੈ, ਮਲਕ ਭਾਗੋ ਨੂੰ ਨਹੀਂ। ਆਪਾਂ ਬਾਣੀ ਪੜ੍ਹਦੇ ਹਾਂ, 8 ਵੇਰ ਭਾਈ ਲਾਲੋ ਦਾ ਨਾਮ ਆਇਆ ਹੈ। ਪੂੜੀਆਂ ਲਾਲੋ ਦੇ ਘਰ ਨੇ ਤੇ ਕੋਧਰੇ ਪੂੜੀਆਂ ਮਲਕ ਭਾਗੋ ਦੇ ਘਰ ਨੇ, ਲੇਕਿਨ ਕੋਧਰੇ ਦੀ ਰੋਟੀ ਵਾਲੇ ਦਾ ਨਾਂ ਹੈ, ਕਿਉਂਕਿ ਉਹਦੇ ਨਿਮਾਣਤਾ ਹੈ, ਉਹਦੇ ਅੰਦਰ ਨਿਮਰਤਾ ਹੈ। ਬਾਬੇ ਨਾਨਕ ਦੀ ਅਸੀਂ ਬਾਣੀ ਪੜ੍ਹਦੇ ਹਾਂ। ਪੁੱਛਿਆ ਵੀ ਪਾਤਸ਼ਾਹ ਤੂੰ ਮੀਰਾਂ ਦੀ ਪਾਰਟੀ 'ਚ ਗਰੀਬਾਂ ਦੀ 'ਚ? ਹਜ਼ੂਰ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ। ਨਿਮਾਣਾ ਬਣਨਾ ਹੀ ਬੜਾ ਔਖਾ ਹੈ। ਗੁਰੂ ਕਿਰਪਾ ਕਰੇ ਸਾਡੇ ਤੇ ਕਿਤੇ ਮਨ ਦੀ ਨਿਮਰਤਾ ਆ ਜਾਏ। 2 ਮੋਹਰਾਂ ਰੱਖੀਆਂ, ਜਕਾਰੇ ਛੱਡੀ ਗਏ, ਸਿੱਖ ਦਾ ਮਨ ਪਸੀਜਿਆ ਨਹੀਂ। ਪੁੱਛਿਆ ਤੇ ਜਿਹੜੇ ਉੱਥੇ ਸਾਥ 'ਚ ਬੈਠੇ ਸਨ ਕਹਿਣ ਲੱਗੇ ਵੀ ਗੁਰਮੁਖੋ ਭੋਰੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਹਨ। ਮੱਖਣ ਸ਼ਾਹ ਨੇ ਆਪਣੇ ਸਾਥੀ ਨੂੰ ਆਖਿਆ ਵੀ ਪ੍ਰਤੀਤ ਹੁੰਦਾ ਵੀ ਗੱਲ ਬਣ ਗਈ। ਭੋਰੇ 'ਚ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ 5 ਮੋਹਰਾਂ ਰੱਖੀਆਂ, ਬਾਹਲਿਆਂ ਨੂੰ 2, ਭੋਰੇ ਵਾਲੇ ਦੇ ਅੱਗੇ 5। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਚੋਲਾ ਮੋਢੇ ਤੋਂ ਪਾਸੇ ਕਰਕੇ ਆਖਿਆ, ਮੱਖਣਾ ਇਹ ਪੈਸਿਆਂ ਵਾਲੀ ਦੁਕਾਨ ਨਹੀਂ ਭਾਈ। ਅੱਜ ਪੈਸਿਆਂ ਵਾਲੀ ਦੁਕਾਨਾਂ ਬਣੀਆਂ ਥਾਂ ਥਾਂ ਤੇ, ਪੈਸਿਆਂ ਵਾਲੀ ਦੁਕਾਨਾਂ। ਇਹ ਮੈਂ ਨਹੀਂ ਜੀ ਕਹਿੰਦਾ, ਇਤਿਹਾਸ ਦੇ ਬੋਲ ਨੇ। ਮੱਖਣਾ ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਪਾਈ, ਪਰ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਵੀ ਮੇਰੇ ਮੋਢਿਆਂ ਦੇ ਉੱਪਰ ਹੈ ਕੋਈ ਇਹੋ ਜਿਹਾ ਗੁਰੂ? ਉਸ ਗੁਰੂ ਨੂੰ ਛੱਡ ਕੇ ਗੁਰਮੁਖੋ ਜੇ ਆਪਾਂ ਭਟਕਦੇ ਤੇ ਆਪਾਂ ਬਦ ਨਸੀਬ ਹਾਂ। ਜਮਾਲ ਨੇ ਆਖਿਆ, ਮਿੱਤਰਾ ਤੇਰਾ ਮੁਰਸ਼ਿਦ ਕੌਣ ਹੈ? ਕਹਿੰਦਾ ਮੇਰਾ ਮੁਰਸ਼ਿਦ ਹੈ ਗੁਰੂ ਅਰਜਨ ਦੇਵ ਮਹਾਰਾਜ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਇਤਿਹਾਸ ਦੀ ਵਿਚਾਰ ਕਰੀਦੀ ਹੈ ਨਾ, ਤੇ ਗੁਰਮੁਖੋ ਮਨ ਵਿਸਮਾਦ ਵਿੱਚ ਆ ਜਾਂਦਾ ਹੈ। ਅਸੀਂ ਪ੍ਰਾਤਨ ਧਰਮ ਗ੍ਰੰਥਾਂ ਦੇ ਵਿੱਚੋਂ ਬ੍ਰਹਮਾ ਦੇ ਅਵਤਾਰਾਂ ਦਾ ਜ਼ਿਕਰ ਪੜ੍ਹਦੇ ਹਾਂ। ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਲਿਖਿਆ ਹੈ। ਸ਼ਿਵ ਜੀ ਦੇ 2 ਅਵਤਾਰਾਂ ਦਾ ਜ਼ਿਕਰ ਮੈਂ ਪੜ੍ਹਿਆ ਹੈ, ਦੱਤਾਤ੍ਰੇਯ ਤੇ ਪਾਰਸਨਾਥ। ਇਹ ਸ਼ਿਵ ਜੀ ਦੇ ਅਵਤਾਰ ਲਿਖੇ ਹਨ 10ਵੇਂ ਗ੍ਰੰਥ ਵਿੱਚ। ਕਾਲੀਦਾਸ ਜੀ ਤੇ ਬਿਆਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ, ਔਰ 22 ਅਵਤਾਰ ਵਿਸ਼ਨੂੰ ਦੇ ਹੋ ਚੁੱਕੇ ਨੇ, 2 ਅਜੇ ਹੋਣੇ ਨੇ ਪੁਰਾਤਨ ਗ੍ਰੰਥਾਂ ਮੁਤਾਬਕ ਨੇ, ਕਲਕੀ ਅਵਤਾਰ ਤੇ ਮਹਿੰਦੀ। ਲੇਕਿਨ ਜੇ ਰੱਬ ਦਾ ਰੂਪ ਹੈ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੰਨਿਆ ਰੱਬ ਦਾ ਰੂਪ। ਮੈਂ ਜਜ਼ਬਾਤੀ ਤੌਰ ਤੇ ਨਹੀਂ ਬੋਲਿਆ, ਗੁਰੂ ਕੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਭੱਟਾਂ ਦੇ ਬੋਲ। ਗੁਰੂ ਅਰਜਨ ਪ੍ਰਤੱਖ ਹਰ। ਇਹ ਨਹੀਂ ਆਖਿਆ ਵੀ ਜਿਵੇਂ ਆਪਾਂ ਕਹਿੰਦੇ ਫਲਾਨਾ ਫਲਾਣੇ ਵਰਗਾ ਉਹਨਾਂ ਨੇ, ਇਹ ਨਹੀਂ ਆਖਿਆ ਵੀ ਗੁਰੂ ਅਰਜਨ ਦੇਵ ਰੱਬ ਵਰਗੇ ਨੇ, ਇਹ ਨਹੀਂ ਆਖਿਆ। ਉਹ ਕਹਿੰਦੇ ਗੁਰੂ ਅਰਜਨ ਦੇਵ ਰੱਬ ਨੇ। ਗੁਰੂ ਅਰਜਨ ਪ੍ਰਤੱਖ ਹਰ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਧਿਆਨ ਧਰ ਲਿਆ, ਗੁਰਮੁਖੋ ਨੂੰ ਸੰਕਟ ਤੇ 84 ਦੇ ਗੇੜੇ 'ਚ ਨਹੀਂ ਆਉਣਾ ਪਏਗਾ। ਇਹਦੀ ਉਦਾਹਰਨ ਆਪਾਂ ਹੁਣੇ ਵਿਚਾਰ ਰਹੇ ਹਾਂ। ਕਹਿਣ ਲੱਗਾ ਮੇਰੇ ਮੁਰਸ਼ਿਦ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ। ਜਮਾਲ ਕਾਹਲਾ ਨਹੀਂ। ਕਹਿਣ ਲੱਗਾ ਮਿੱਤਰਾ ਪੈਸਿਆਂ ਦੀ ਗੱਲ ਫੇਰ ਕਰਾਂਗੇ, ਪਹਿਲਾਂ ਮੁਰਸ਼ਿਦ ਕੋਲ ਚਲੀਏ। ਅੰਮ੍ਰਿਤਸਰ ਸਾਹਿਬ ਆਏ, ਜਿਹਦੇ ਬਾਰੇ ਆਪਾਂ ਪੜ੍ਹਦੇ ਅੰਮ੍ਰਿਤਸਰ ਸਿਫਤੀ ਦਾ ਘਰ। ਇਹਨੂੰ ਚਿੱਥਿਆ ਕਰੋ। ਆਪਾਂ ਕਈ ਵਾਰਾਂ ਬੁਰਜੀਆਂ ਦੇ ਨਾਲ ਬਹਿ ਕਰਕੇ ਦੂਜਿਆਂ ਦੀ ਨਿੰਦਿਆ ਕਰਦੇ ਹਾਂ। ਇਹ ਨਿੰਦਿਆ ਦਾ ਵਾਲੀ ਜਗ੍ਹਾ ਨਹੀਂ ਜੇ। ਮੈਂ ਹੁਣੇ ਅੰਦਰ ਮੱਥਾ ਟੇਕਣ ਆਇਆ, 2 ਬਜ਼ੁਰਗ ਮਾਤਾਵਾਂ
ਐਨ ਗੱਲਾਂ 'ਚ ਮਸਰੂਫ, ਇੱਕ ਦੂਜੇ ਦੀ ਨਿੰਦਿਆ ਚੁਗਲੀ ਸੁਣ। ਮੈਂ ਕਿਹਾ ਵੀ ਇੱਥੇ ਆ ਕੇ ਵੀ ਘਾਟਾ, ਇੱਥੇ ਆਈਏ ਤੇ ਕੇਵਲ ਕਰਤੇ ਦੀ ਸਿਫਤ ਕਰੀਏ, ਉਸ ਪ੍ਰਮਾਤਮਾ ਦਾ ਸਿਫਤੋ ਸਲਾਹ ਕਰੀਏ। ਇਹ ਉਹ ਜਗ੍ਹਾ ਅੰਮ੍ਰਿਤਸਰ ਸਿਫਤੀ ਦਾ ਘਰ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਬੜੀਆਂ ਥਾਵਾਂ ਤੇ ਗਏ ਪਰ ਇਹ ਜਗ੍ਹਾ ਵਰਗੀ ਜਗ੍ਹਾ ਨਹੀਂ। ਆਇਆ ਕਿਉਂਕਿ ਬਾਂਹ ਸੜੀ ਹੈ ਤੇ ਦਰਦ ਲਾਜ਼ਮੀ ਹੋਣੀ ਸੀ। ਕਹਿਣ ਲੱਗਾ, ਮਹਾਰਾਜ ਤੂੰ ਵੀ ਝੂਠਿਆਂ ਦਾ ਪਾਕ ਕਰਨ ਲੱਗ ਪਿਆ। ਮੇਰੇ ਪਾਤਸ਼ਾਹ ਨੇ ਗੁੱਟੋਂ ਫੜਿਆ, ਸਿਰ ਪਲੋਸਿਆ ਤੇ ਕਹਿਣ ਲੱਗੇ, ਨਹੀਂ ਨਹੀਂ ਜਮਾਲ, ਬੁਰਾ ਨਾ ਮੰਨੀ, ਤੈਨੂੰ ਖੇਦ ਹੈ, ਪਰ ਮਿੱਤਰਾ ਇਹ ਦੱਸ ਵੀ ਤੂੰ ਅਰਦਾਸ ਕਿੰਨੇ ਅੱਗੇ ਕੀਤੀ। ਆਪਾਂ ਜੋ ਅਰਦਾਸ ਕਰਦੇ ਆ ਨਾ, ਜੇ ਕਿਤੇ ਟਾਂਗਾ ਟੁੱਟ ਗਿਆ ਤੇ ਉੱਥੇ ਕਬਰ ਬਣ ਗਈ ਤੇ ਬਾਬਾ ਟਾਂਗੇ ਸ਼ਾਹ ਦਾ ਧਿਆਨ ਵੀ ਧਰੀ ਜਾਂਦੇ ਆ। ਟਾਂਗੇ ਸ਼ਾਹ ਦਾ ਪਰਸੋਂ ਚੌਥ ਮੈਂ ਕਿਤੇ ਕਥਾ ਕਰਨ ਗਿਆ ਤੇ ਹੈਰਾਨ ਹੋ ਗਿਆ, ਕਬਰ ਦੇ ਗੇਟ ਤੇ ਲਿਖਿਆ ਬਾਬਾ ਦੈੜ ਸ਼ਾਹ। ਮੈਂ ਕਿਹਾ ਵੀ ਨਾਂ ਤਾਂ ਬੜੇ ਨੇ, ਦੈੜ ਨਾ ਪੜਿਆ ਨਹੀਂ। ਦੈੜ ਕਹਿੰਦੇ ਨੇ ਟਿੱਬੇ ਨੂੰ, ਜਿਹੜਾ ਟਿੱਬੇ ਤੇ ਬੈਠਾ ਕੋਈ ਮੰਗਦਾ ਮਰ ਗਿਆ ਨਾ, ਮੰਗਤਾ, ਉਹਨਾਂ ਨੇ ਮਹਿਸੂਸ ਨਹੀਂ ਕੀਤਾ ਵੀ ਟਿੱਬੇ ਤੇ ਬਹਿਣ ਭੁੱਖਾ ਮਰ ਗਿਆ ਤੇ ਉਹਦਾ ਨਾਮ ਦੈੜ ਸ਼ਾਹ। ਅਸੀਂ ਕੇਵਲ ਤੇ ਕੇਵਲ ਗੁਰੂ ਕੇ ਸਿੱਖਾਂ। ਸਾਨੂੰ ਕਲਗੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਲੀਅਰ ਕੱਟ ਸਮਝਾਇਆ, ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਜਮਾਲ ਤੇਰਾ ਇੱਕ ਤੇ ਅਕੀਦਾ ਨਹੀਂ ਸੀ। ਇਹ ਪਤੰਗ ਨੇ ਪੰਕਤੀਆਂ ਪੜੀਆਂ ਸਨ, ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਿੰਜੀ ਕਾਂਢਿਆ, ਜਿੰਨਾ ਨਿਉ ਦੁਜਾਣੀ ਲੱਗਾ, ਝੂਰ ਮਰੋਂ ਸੇ ਵਾਂਢਿਆ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਇਸ ਕਰਕੇ ਪਹਿਲੀ ਪੰਕਤੀ 'ਚ ਮੇਰੇ ਪਾਤਸ਼ਾਹ ਕਹਿੰਦੇ, ਤੁਝ ਬਿਨ ਦੂਜਾ ਨਹੀਂ ਕੋਏ। हे ਵਾਹਿਗੁਰੂ, हे ਪਰਿਪੂਰਨ ਪ੍ਰਮਾਤਮਾ, ਤੇਰੇ ਤੋਂ ਬਿਨਾਂ ਦੂਜਾ ਕੋ ਹੋਰ ਹੈ ਹੀ ਨਹੀਂ। ਤੂੰ ਕਰਤਾਰ ਕਰਹਿ ਸੋ ਹੋਏ। ਜਿਹੜਾ ਤੂੰ ਲਫ਼ਜ਼ ਹੈ ਨਾ, ਇਹ ਬੜਾ ਬਕੀਮਤਾ ਜੀ, ਬੜਾ ਬਕੀਮਤਾ। ਆਪਾਂ ਇਹ ਮੈਂ ਤਕਰੀਬਨ ਗਾਹ ਬਗਾਹ ਬੇਨਤੀ ਕਰਦਾ ਰਹਿੰਦਾ ਆਪ ਜੀ ਨੂੰ, ਕਿਸੇ ਨੂੰ ਮਿਲ ਗਏ ਕਿ ਆਪਾਂ ਤੂੰ ਨਹੀਂ ਕਹਿੰਦੇ, ਤੁਸੀਂ ਕਹਿੰਦੇ ਆ। ਭੈਣ ਜੀ ਤੁਹਾਡਾ ਕੀ ਹਾਲ ਹੈ, ਹੋਰ ਸੁਣਾਓ ਪਰਿਵਾਰ ਦਾ, ਭਾਈ ਸਾਹਿਬ ਤੁਸੀਂ ਕਦੋਂ ਆਇਓ। ਤੇ ਜੇ ਕਵੇ ਨਾ ਵੀ ਤੂੰ ਕਦੋਂ ਆਇਆ, ਤੇ ਆਪਾਂ ਪਰਾਂ ਮੂੰਹ ਕਰਕੇ ਕਹਿੰਦੇ ਵੀ ਇਹਨੂੰ ਬੋਲਣ ਦੀ ਭੋਰਾ ਜਿੰਨੀ ਅਕਲ ਨਹੀਂ, ਤੂੰ ਕਰਦਾ ਹੈ। ਲੇਕਿਨ ਗੁਰੂ ਕੀ ਬਾਣੀ ਦੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਨੂੰ ਤੂੰ ਕਰਕੇ ਸੰਬੋਧਨ ਕੀਤਾ, ਤੁਸੀਂ ਕਰਕੇ ਨਹੀਂ। ਕਾਰਨ ਕੀ ਹੈ? ਤੁਸੀਂ ਬਹੁ ਵਚਨ ਸ਼ਬਦ ਹੈ, ਬਹੁ ਵਚਨ, ਇੱਕ ਤੋਂ ਇਲਾਵਾ 2 4 5 10 ਜਿੰਨੇ ਵੀ ਹੋਣਾ, ਆਪਾਂ ਉਹਨੂੰ ਸਾਰਿਆਂ ਨੂੰ ਕਹਿੰਦੇ ਤੁਸੀਂ। ਲੇਕਿਨ ਜਿਹੜਾ ਤੂੰ ਹੈ ਨਾ, ਉਹ ਕੇਵਲ ਤੇ ਕੇਵਲ ਇੱਕ ਦਾ ਪ੍ਰਤੀਕ ਹੈ, ਯੂਨੀਕ। ਮਾਝ ਰਾਗ ਵਿੱਚ ਹਜ਼ੂਰ ਨੇ ਸਾਨੂੰ ਸਮਝਾਇਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਿਓ ਕਿਹਾ ਕਾੜਾ ਜਿਓ। ਇੱਕੇ ਪੰਕਤੀ ਵਿੱਚ 5 ਵੇਰਾਂ ਤੂੰ ਕਿਹਾ, 5 ਵੇਰਾਂ। ਇਸ ਕਰਕੇ ਤੂੰ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ। ਅੱਗੇ ਸਾਨੂੰ ਪ੍ਰਮਾਤਮਾ ਕਹਿੰਦਾ ਵੀ ਮਿੱਤਰਾ ਤੂੰ ਕੱਲਾ ਮੇਰੇ ਅੱਗੇ ਅਰਦਾਸ ਕਿਉਂ ਕਰਦਾ ਹੈ? ਤਾਂ ਨਾਲ ਜਵਾਬ ਹੈ, ਕਰਤਾਰ ਦਾ ਭਾਵ ਹੈ ਕਰ ਕਹਿੰਦੇ ਨੇ ਹੱਥ ਨੂੰ। ਉਸ ਪਰਿਪੂਰਨ ਪ੍ਰਮਾਤਮਾ ਦੇ ਹੱਥ ਵਿੱਚ ਗੁਰਮੁਖੋ ਸਾਡੇ ਜੀਵਨ ਦੀ ਤਾਰ ਹੈ, ਸਾਡੀ ਰੋਜੀ ਰੋਟੀ ਦੀ ਤਾਰ ਹੈ। ਵੀ ਪਤਾ ਨਹੀਂ ਸਾਨੂੰ ਕੱਲ ਨੂੰ ਕੀ ਮਿਲਣਾ, ਇਹ ਉਸ ਮਾਲਕ ਨੂੰ ਪਤਾ ਹੈ। ਸਾਡੇ ਸਵਾਸਾਂ ਦੀ ਤਾਰ ਉਹਦੇ ਹੱਥ ਵਿੱਚ, ਸਾਡੀ ਰੋਜੀ ਤੇ ਰੋਟੀ ਦੀ ਜਿਹੜੀ ਤਾਰ ਉਹਦੇ ਹੱਥ ਵਿੱਚ। ਇਸ ਕਰਕੇ ਇਹਦਾ ਅਰਥ ਹੈ ਕਰਤਾਰ।
ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਬਣਾਉਣ ਵਾਲਾ ਹੈ। ਇਸ ਕਰਕੇ ਮੈਂ ਤੇਰੇ ਅੱਗੇ ਬੇਨਤੀ ਕੀਤੀ, ਕਿਉਂ ਕਰੇ ਸੋ ਹੋਏ, ਜੋ ਤੂੰ ਕਰਦਾ ਉਹ ਹੀ ਹੁੰਦਾ ਹੋਵੇਗਾ। ਤੇਰਾ ਜੋਰ ਤੇਰੀ ਮਨ ਟੇਕ। ਮਹਾਰਾਜ ਕੇਵਲ ਤੇ ਕੇਵਲ ਇੱਕ ਤੇਰਾ ਬਲ ਹੈ। ਆਪਾਂ ਰੋਜ਼ਾਨਾ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਪਾਵਨ ਬਾਣੀ। ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ। ਨਾ ਮਰਜ਼ੀ ਨਾਲ ਗੁਰਮੁਖੋਂ ਮਰਿਆ ਜਾਂਦਾ ਤੇ ਨਾ ਮਰਜ਼ੀ ਨਾਲ ਜਿਉਇਆ ਜਾਂਦਾ। ਜੇ ਆਪਾਂ ਕਈ ਵਾਰ ਘਟਨਾਵਾਂ ਵੇਖਦੇ ਵੀ ਕਿਸੇ ਨੇ ਛਾਲ ਮਾਰੀ ਤੇ ਉਸੇ ਮੌਕੇ ਕੋ ਬੰਦਾ ਉਹਨੇ ਫੜ ਕੇ ਬਾਹੋਂ ਫੜ ਲਿਆ ਵੀ ਭਾਈ ਤੂੰ ਕਮਲਾ ਮਰਨਾ ਚਾਹੁੰਦਾ, ਪਰ ਅਜੇ ਕਰਤਾਰ ਦੀ ਮਰਜ਼ੀ ਨਹੀਂ। ਇਸ ਕਰਕੇ ਮੇਰੇ ਵਾਹਿਗੁਰੂ ਤੇਰਾ ਬਲ ਹੈ ਤੇ ਤੇਰਾ ਹੀ ਆਸਰਾ ਹੈ। ਸਦਾ ਸਦਾ ਜਪ ਨਾਨਕ ਏਕ। ਸਾਡੇ ਮਨ ਵਿੱਚ ਇੱਕ ਮਾੜਾ ਜਿਹਾ ਸ਼ੰਕਾ ਆ ਗਿਆ ਵੀ ਮਹਾਰਾਜ ਨੇ ਜਿਹੜੀ ਟੇਕ ਵਾਲੀ ਗੱਲ ਕਿਉਂ ਕਹੀ ਹੈ ਵੀ ਤੇਰਾ ਜੋਰ ਤੇਰੀ ਮਨ ਟੇਕ। ਪਹਿਲਾਂ ਜੋਰ ਆਖਿਆ, ਮੁੜ ਕੇ ਟੇਕ। ਇਹਦਾ ਗੁਰਮੁਖੋਂ ਮੈਂ ਆਪਣੇ ਉਸਤਾਦ ਜੀ ਕੋਲੋਂ ਅਰਥ ਇਹ ਪੜ੍ਹਿਆ। ਟੇਕ ਦਾ ਉਹਨਾਂ ਨੂੰ ਸਾਨੂੰ ਪੜ੍ਹਾਇਆ। ਉਹ ਕਹਿੰਦੇ ਵੀ ਆਪਾਂ ਘੜੇ ਦੇ ਉੱਪਰ ਕੋਈ ਮਾੜੀ ਜੀ ਚੀਜ਼ ਸੁੱਟੀਏ ਤੇ ਘੜਾ ਟੁੱਟ ਜਾਂਦਾ, ਲੇਕਿਨ ਜਿਹੜਾ ਘੁਮਿਆਰ ਵੀਰ ਹੈ ਉਹ ਘੜੇ ਨੂੰ ਘੜਦਾ ਸੱਟਾਂ ਮਾਰਦਾ, ਪਰ ਘੜਾ ਟੁੱਟਦਾ ਨਹੀਂ। ਆਪਾਂ ਇੱਕ ਵਾਰ ਸੱਟ ਮਾਰੀ ਤੇ ਘੜਾ ਟੁੱਟ ਗਿਆ, ਲੇਕਿਨ ਘੁਮਿਆਰ ਨੇ ਪਤਾ ਨਹੀਂ ਕਿੰਨੀਆਂ ਸੱਟਾਂ ਮਾਰੀਆਂ ਪਰ ਘੜਾ ਟੁੱਟਾ ਨਾ। ਉਹਦਾ ਭਾਵ ਉਹਨੇ ਥੱਲੇ ਹੱਥ ਰੱਖਿਆ, ਥੱਲੇ ਹੱਥ ਰੱਖਣ ਕਰਕੇ ਉਹ ਘੜਾ ਟੁੱਟਦਾ ਨਹੀਂ। ਇਸੇ ਕਰਕੇ ਵਾਹਿਗੁਰੂ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਣੇ ਨੇ, ਸੱਟਾਂ ਲੱਗਣੀਆਂ ਨੇ, ਪਰ ਤੂੰ ਥੱਲੇ ਹੱਥ ਰੱਖੀ, ਮੈਂ ਕਿਤੇ ਟੁੱਟ ਨਾ ਜਾਵਾਂ। ਤੇਰਾ ਜੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸਦੀਵੀ ਤੌਰ ਤੇ ਲੱਗਾ ਰਹੋ। ਸਤਿਗੁਰੂ ਪਾਤਸ਼ਾਹ ਦਾ ਫਰਮਾਨ ਹੈ, ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੀ ਪੁਕਾਰ। ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਸੁਣੀ ਲੈਗਾ ਨਾ। ਅੰਮ੍ਰਿਤਸਰ ਸਾਹਿਬ ਦਾ ਗੁਰਮੁਖੜਾ ਪਹਿਲਾ ਜੰਗ ਹੋਇਆ ਨਾ, ਉਹਦਾ ਜਰਨੈਲ ਹੋਇਆ ਗੁਰਮੁਖ ਪਿਆਰਾ ਭਾਈ ਭਾਨਾ ਜੀ, ਇਲਾਹਾਬਾਦ ਦੇ ਰਹਿਣ ਵਾਲੇ ਸਨ। ਉਹਨਾਂ ਦੀ ਮੈਂ ਜੀਵਨੀ ਪੜ੍ਹੀ ਕੁਝ ਦਿਨ ਪਹਿਲਾਂ। ਉਹ ਭਾਈ ਭਾਨਾ ਜੀ ਗੰਗਾ ਦੇ ਕਿਨਾਰੇ ਤੇ ਜਾ ਕਰਕੇ ਸਵੇਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਂ ਜੋ ਵੀ ਬਾਣੀ ਪੜ੍ਹਦੇ, ਤੇ ਕਿਸੇ ਮਨ ਚੱਲੇ ਨੇ ਹੋਸ਼ੇ ਬੰਦੇ ਨੇ ਆਖਿਆ ਵੀ ਤੂੰ ਦਿਨੇ ਰਾਤ ਇਹੋ ਕੰਮ ਕਰੀ ਜਾਣਾ ਵਾਹਿਗੁਰੂ ਵਾਹਿਗੁਰੂ, ਤੇ ਇਹਦੇ ਨਾਲ ਕੀ ਹੋਏਗਾ। ਮੈਂ ਗੁਰਮੁਖਾਂ ਦੀ ਅਵਸਥਾ ਪੜ੍ਹ ਕੇ ਨਮਸਕਾਰ ਕੀਤੀ ਉਹਨਾਂ ਗੁਰਮੁਖਾਂ ਨੂੰ, ਕਿਹੋ ਜਿਹੇ ਸਾਡੇ ਵਡੇਰੇ ਸਨ। ਉਹ ਕਹਿੰਦਾ ਗੁਰਮੁਖਾ ਮੇਰੇ ਅੰਦਰ 5 ਚੋਰ ਵੜ ਗਏ ਨੇ ਅੰਦਰ। ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਨਾ, ਬਾਣੀ ਪੜ੍ਹਦੇ ਆ, ਇਹ ਕਿਉਂ ਕਹਿੰਦੇ ਆ। ਭਾਈ ਭਾਨਾ ਜੀ ਉਹਨੂੰ ਕਹਿਣ ਲੱਗੇ, ਮਿੱਤਰਾ ਮੇਰੇ ਅੰਦਰ 5 ਚੋਰ ਵੜ ਗਏ ਨੇ, ਮੈਂ ਹਾਕਮ ਨੂੰ ਆਵਾਜ਼ਾਂ ਮਾਰਦਾ ਵੀ ਕਿਤੇ ਆਣ ਕੇ 5 ਚੋਰਾਂ ਨੂੰ ਕੱਢ ਦੇ, ਤੇ ਜਦੋਂ ਹਾਕਮ ਆ ਗਿਆ ਤੇ ਇਹਨਾਂ ਨੂੰ ਨਿਕਲਣਾ ਹੀ ਪੈਣਾ ਹੈ। ਭਾਈ ਭਾਨਾ ਦੀ ਜੀਵਨੀ 'ਚ ਮੈਂ ਨੋਟ ਪੜ੍ਹਿਆ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸਦੀਵੀ ਤੌਰ ਤੇ ਉਸ ਪ੍ਰਮਾਤਮਾ ਦਾ ਜਾਪ ਕਰ, ਪਰ ਕਰੀ ਇੱਕ ਦਾ। ਸਭ ਉਪਰ ਪਾਰ ਬ੍ਰਹਮ ਦਾ ਤਾਰ। ਉਹ ਪਰਿਪੂਰਨ ਪ੍ਰਮਾਤਮਾ ਸਾਰਿਆਂ ਤੋਂ ਉੱਚਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀ ਬਾਣ ਸ਼ਿਵ ਜੀ, ਜਿਵੇਂ ਤਿਸ ਭਾਵੇ ਤਿਵੇਂ ਚਲਾਵੇ। ਇਹ ਹੈ ਇੱਕ। ਸ਼ਿਵ ਜੀ ਵੀ ਕਹਿੰਦੇ ਆ, ਬ੍ਰਹਮਾ ਵੀ ਕਹਿੰਦੇ ਆ, ਵਿਸ਼ਨੂੰ ਵੀ ਕਹਿੰਦੇ ਆ, ਪਰ ਇਹਨਾਂ ਤਿੰਨਾਂ ਦੇ ਉੱਪਰ ਇੱਕ ਕੰਟਰੋਲ ਹੈ। ਉਹਦਾ ਓਟ ਆਸਰਾ ਧਾਰਨਾ ਕਰ। ਤੇਰੀ ਟੇਕ ਤੇਰਾ ਆਧਾਰ। ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇ ਵਾਹਿਗੁਰੂ ਸਾਨੂੰ ਕੇਵਲ ਤੇ ਕੇਵਲ ਇੱਕ ਤੇਰਾ ਆਸਰਾ ਹੈ। ਕਿਉਂ ਰਹਾਉ ਵਿਸਰਾਮ ਦੇ ਕਰ ਕਿਰਪਾ ਕਰਦੇ ਨੇ। ਇਹਦੇ ਗੁਰਮੁਖੋ ਵਿਦਵਾਨ ਵੀਰਾਂ ਨੇ ਬਹੁਤ ਅਰਥ ਕੀਤੇ ਨੇ। ਇੱਕ ਮੈਂ ਕਿਸੇ ਗੁਰਮੁਖ ਦੀ ਕਿਤਾਬ 'ਚ ਪੜ੍ਹਿਆ, ਬੜਾ ਚੰਗਾ ਲੱਗਾ।
ਰਹਾਉ ਦਾ ਅਰਥ ਉਹਨਾਂ ਕੀਤਾ ਹੈ, ਰਹਾਉ ਦਾ ਅਰਥ ਨਾ ਵਿਸਰਾਮ। ਉਸ ਵੀਰ ਨੇ ਇਹਦਾ ਅਰਥ ਕੀਤਾ ਵੀ ਗੁਰਮੁਖਾ ਸਾਰੀ ਜ਼ਿੰਦਗੀ ਭੱਜਾ ਹੀ ਰਹੇਗਾ, ਕਿਤੇ ਖਲੋਣਾ ਵੀ ਕਰ। ਮੈਨੂੰ ਬੜਾ ਚੰਗਾ ਲੱਗਾ, ਮੈਂ ਤਾਂ ਬੇਨਤੀ ਕੀਤੀ। ਨਹੀਂ ਤੇ ਆਮ ਅਰਥ ਹੁੰਦਾ ਰਹਾਉ ਵਿਸਰਾਮ ਦੇ ਕਹਿੰਦੇ ਹਨ, ਅਸੀਂ ਇੰਨਾ ਕਰ ਜਾਂਦੇ ਹਾਂ। ਇਹ ਰਹਾਉ ਕਹਿੰਦੀ ਵੀ ਗੁਰਮੁਖਾ ਭੱਜਾ ਨਾ ਫੇੜ, ਕੇਵਲ ਤੇ ਕੇਵਲ ਇਹ ਗੁਰੂ ਦੇ ਦਰ ਤੇ ਟਿਕਣਾ ਕਰ। ਹੈ ਤੂੰ ਹੋਵਨਹਾਰ। ਤੇਰੇ ਅੱਗੇ ਬੇਨਤੀਆਂ ਤਾਂ ਕੀਤੀਆਂ ਵੀ ਤੂੰ ਪਹਿਲਾਂ ਵੀ ਸੀ, ਹੁਣ ਵੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਅਗਮ ਅਗਾਧ ਊਚ ਅਪਾਰ। ਅਗਮ ਦਾ ਭਾਵ ਹੁੰਦਾ ਮਨ ਦੀ ਗਮਤਾ ਤੋਂ ਪਰਾਂ। ਜਿਵੇਂ ਆਪਾਂ ਕਹਿੰਦੇ ਮੈਂ ਤਾਂ ਸੋਚਿਆ ਵੀ ਨਹੀਂ, ਜਿਹੜਾ ਕੰਮ ਹੋ ਗਿਆ, ਉਹਦਾ ਅਰਥ ਹੁੰਦਾ ਅਗਮ। ਅਗਾਧ ਤੋਂ ਭਾਵ ਗਤੀ ਤੋਂ ਰਹਿਤ, ਉੱਚਿਆਂ ਤੋਂ ਉੱਚਾ, ਬੰਨਿਆਂ ਤੋਂ ਪਰਾਂ, ਹੱਦਾਂ ਤੋਂ ਪਰਾਂ, ਅਪਾਰ ਤੋਂ ਭਾਵ ਬੰਨਿਆਂ ਤੋਂ ਪਰਾਂ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ। ਇਹ ਵੈਗੁਰੂ ਜਿਹੜੇ ਤੇਰੀ ਸੇਵਾ ਕਰਦੇ ਨੇ ਨਾ, ਉਹਨਾਂ ਨੂੰ ਭਉ ਨਹੀਂ। ਉਹ ਜਲਾਦ ਨੂੰ ਕਹਿੰਦੇ ਮਿੱਤਰਾ ਗੁੱਟ ਤੇ ਵਾਰ ਨਾ ਕਰ, ਪੋਟੇ ਤੇ ਵਾਰ ਕਰ। ਤੇਰੇ ਮਾਲਕ ਦੀ ਆਗਿਆ ਹੈ, ਤੂੰ ਬੰਦ ਕੱਟੇ ਤੇ ਮਿੱਤਰਾ ਭੁਲੇਖਾ ਖਾ ਗਿਆ। ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਗੁਰ ਪ੍ਰਸਾਦ ਨਾਨਕ ਗੁਣ ਗਾਏ। ਜਦੋਂ ਗੁਰੂ ਕਿਰਪਾ ਕਰੇਗਾ ਤੇ ਇਹ ਜੀਵ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣਾਂ ਨੂੰ ਗਾਵੇਗਾ, ਗਾਉਂਦਾ ਹੈ, ਗਾਵੇਗਾ। ਜੋ ਦੀਸੈ ਸੋ ਤੇਰਾ ਰੂਪ। ਫਿਰ ਆਪਾਂ ਸਵਾਲ ਕਰਦੇ ਵੀ ਗੁਣ ਗਾਉਣ ਨਾਲ ਕੀ ਹੋਵੇਗਾ? ਹਜ਼ੂਰ ਕਹਿੰਦੇ ਉਹਨਾਂ ਦੀ ਇੰਟਰਨਲ ਅੰਤਰੀਵ ਅਵਸਥਾ ਬਦਲ ਜਾਏਗੀ। ਆਪਾਂ ਤਾਂ ਕਹਿੰਦੇ ਉਪਰਾ ਆਦਮੀ ਹੈ, ਉਹ ਕਹਿੰਦੇ ਨਾ ਭਾਈ, ਜੋ ਦੀਸੇ ਸੋ ਤੇਰਾ ਰੂਪ। ਕੌਣ ਕਿਹੜੀ ਜਗ੍ਹਾ ਜਿੱਥੇ ਤੂੰ ਨਹੀਂ, ਤੂੰ ਸਾਰਿਆਂ 'ਚ ਵਿਆਪਕ ਹੈ। ਗੁਣ ਨਿਧਾਨ ਗੋਬਿੰਦ ਅਨੂਪ। ਗੁਣਾਂ ਦਾ ਖਜ਼ਾਨਾ ਹੈ, ਗਿਆਨ ਦੇ ਦੁਆਰਾ ਸਮਝਿਆ ਜਾਂਦਾ, ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਏ। ਇਹ ਤਿੰਨ ਵੇਰਾਂ ਸਿਮਰਨ ਤਾਂ ਆ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ। ਇਹਦਾ ਭਾਵ ਉੱਤੋਂ ਨਹੀਂ। ਤਿੰਨ ਵੇਰਾਂ ਸਿਮਰਨ ਤੋਂ ਭਾਵ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਆਪਾਂ ਸਰੀਰ ਕਰਕੇ ਵੀ ਗੁਰਮੁਖੋਂ ਚੇਤੇ ਕਰਦੇ ਹਾਂ ਤੇ ਬਾਣੀ ਕਰਕੇ ਕਰਦੇ ਹਾਂ, ਪਰ ਮਨ ਕਰਕੇ ਨਹੀਂ। ਕਮਜ਼ੋਰੀ ਸਾਡੀ। ਹਜ਼ੂਰ ਕਹਿੰਦੇ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਦਾਸ ਬਣ ਕੇ ਚੇਤੇ ਕਰ। ਨਾਨਕ ਕਰਮ ਪ੍ਰਾਪਤ ਹੋਏ। ਫੇਰ ਗੁਰਮੁਖਾ ਇਹਨਾਂ ਕਰਮਾਂ ਦੇ ਨਾਲ ਤੈਨੂੰ ਉਹਦੀ ਪ੍ਰਾਪਤੀ ਹੋ ਜਾਏਗੀ, ਤੂੰ ਭਾਗਾਂ ਵਾਲਾ ਬਣ ਜਾਏਗਾ। ਜਿਨ ਜਪਿਆ ਤਿਸ ਕਉ ਬਲਿਹਾਰ। ਜਿਨ੍ਹਾਂ ਵੀ ਗੁਰਮੁਖ ਪਿਆਰੇ ਨੇ ਉਸ ਪ੍ਰਮਾਤਮਾ ਨੂੰ ਜਪਣਾ ਕੀਤਾ, ਭਾਵੇਂ ਬਾਬਾ ਫਰੀਦ ਜੀ ਹੋਣ, ਭਾਵੇਂ ਬਾਬਾ ਜੈਦੇਵ ਜੀ ਹੋਣ, ਬਾਬਾ ਰਵਿਦਾਸ ਜੀ ਹੋਣ, ਅਸੀਂ ਸਾਰਿਆਂ ਤੋਂ ਸਦਕੇ ਜਾਂਦੇ ਹਾਂ। ਤਿਸ ਕੈ ਸੰਗ ਤਰੈ ਸੰਸਾਰ। ਔਰ ਉਹਨਾਂ ਦੀ ਸੰਗਤ ਕਰਕੇ ਸੰਸਾਰ ਦਾ ਭਾਵ ਦਾ ਸੰਸਿਆਂ ਵਿੱਚ ਜੁੜੇ ਹੋਏ ਲੋਕ, ਉਹਨਾਂ ਦੀ ਸੰਗਤ ਕਰਕੇ ਜਿਹੜੇ ਸੰਸਿਆਂ 'ਚ ਪਏ ਨੇ ਨਾ, ਉਹ ਸੰਸਾਰ ਤੋਂ ਤਰ ਗਏ। ਕਹੋ ਨਾਨਕ ਪ੍ਰਭ ਲੋਚਾ ਪੂਰ। ਮੇਰੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਇੱਕ ਮੇਰੀ ਇੱਛਾ ਹੈ, ਉਹ ਕਿਰਪਾ ਕਰਕੇ ਪੂਰੀ ਕਰਨਾ ਕਰੋ ਜੀ। ਸੰਤ ਜਨਾ ਕੀ ਬਾਸ਼ੋ ਧੂਰ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਸਤ ਹੈ ਤੇ ਸੰਤੋਖ ਹੈ ਨਾ, ਸੰਤ ਦੋ ਚੀਜ਼ਾਂ ਦਾ ਬਣਦਾ, ਜੇ ਇੱਕ ਸਤ ਹੋਵੇ, ਇੱਕ ਸੰਤੋਖ ਹੋਵੇ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਕੋਲ ਸਤ ਤੇ ਸੰਤੋਖ ਹੈ, ਵਾਹਿਗੁਰੂ ਮਿਹਰ ਕਰ, ਕਿਤੇ ਸਾਨੂੰ ਉਹਨਾਂ ਦੀ ਚਰਨ ਧੂੜੀ ਨਸੀਬ ਹੋਵੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਇਹ ਗੁਰੂ ਕਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਜਿਨ ਜਪਿਆ ਤਿਸ ਕਉ ਬਲਿਹਾਰ। ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ। ਸੰਤ ਜਨਾ ਕੀ ਬਾਸ਼ੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।